So now let us start with the question answers of the poem Telephone Conversation. I hope you have understood the poem. So सब तो पहला देखो page number 31 comprehension. So this is just to aid your understanding of the poem. First देखो answer the following questions in yes or no. Yes. First देखो the tenant finds the rent reasonable. ਸੋ ਰੀਜ਼ਨੇਬਲ ਦਾ ਮਤਲਬ ਹੀ ਕੀ ਹੁੰਦਾ ਹੈ ਕਿ ਠੀਕ, ਜ਼ਿਆਦਾ ਨਹੀਂ ਲੱਗਾ ਉਹਨੂੰ। ਟੈਨੈਂਟ ਦਾ ਮਤਲਬ ਕੀ ਹੁੰਦਾ ਕਿਰਾਏਦਾਰ। ਸੋ ਜਿਹੜਾ ਕਿਰਾਏਦਾਰ ਸੀ ਉਹਨੂੰ ਜਿਹੜਾ ਰੈਂਟ ਉਸ ਲੇਡੀ ਨੇ ਕਿਹਾ ਘਰ ਵਾਸਤੇ ਉਹਨੂੰ ਕੀ ਲੱਗਾ, ਸਹੀ ਲੱਗਾ। ਸੋ ਇੱਥੇ ਕੀ ਹੈਗਾ, ਯੈਸ, ਬਿਕੋਜ਼ ਦਿਸ ਸਟੇਟਮੈਂਟ ਇਜ਼ ਕਰੈਕਟ। ਦ ਲੈਂਡ ਲੇਡੀ ਲਿਵਸ ਔਨ ਦ ਪ੍ਰੈਮਿਸਿਸ। ਸੋ ਤੁਸੀਂ ਪੋਇਮ ਦੇਖੀ ਹੈ ਕਿ ਲੈਂਡ ਲੇਡੀ ਕੀ ਕਹਿੰਦੀ ਹੈ ਕਿ ਮੈਂ ਉਸੇ ਘਰ ਵਿੱਚ ਰਹਿੰਦੀ ਹਾਂ ਜਾਂ ਮੈਂ ਕਿਤੇ ਹੋਰ ਰਹਿੰਦੀ ਹਾਂ। ਸੋ ਇੱਥੇ ਕੀ ਆਏਗਾ, ਨੋ, ਬਿਕੋਜ਼ ਸ਼ੀ ਡਜ਼ ਨਾਟ ਲਿਵ ਔਨ ਦ ਪ੍ਰੈਮਿਸਿਸ। ਨੈਕਸਟ ਦੇਖੋ, ਦ ਲੈਂਡ ਲੇਡੀ ਰਿਸਪੌਂਡਸ ਇਮੀਡੀਏਟਲੀ ਆਫਟਰ ਦ ਟੈਨੈਂਟਸ ਸੈਲਫ ਕਨਫੈਸ਼ਨ। ਸੋ ਸੈਲਫ ਕਨਫੈਸ਼ਨ ਉਹਦੀ ਕੀ ਸੀ, ਦੈਟ ਆਈ ਐਮ ਅਫਰੀਕਨ। ਸੋ ਕੀ ਉਹ ਇੱਕਦਮ ਉਸ ਤੋਂ ਬਾਅਦ ਜਵਾਬ ਦਿੰਦੀ ਹੈ। ਇਮੀਡੀਏਟਲੀ ਦਾ ਮਤਲਬ ਕੀ ਹੁੰਦਾ, ਐਟ ਵਾਂਸ। ਸੋ ਨਹੀਂ ਦਿੰਦੀ ਬਿਕੋਜ਼ ਸ਼ੀ ਰਿਮੇਨਸ ਸਾਈਲੈਂਟ ਫॉर ਸਮ ਟਾਈਮ। ਸੋ ਇੱਥੇ ਕੀ ਆਊਗਾ, ਨੋ। ਸੋ ਇਹਨਾਂ 'ਚੋਂ ਤੁਸੀਂ ਕੀ ਦੱਸਣਾ, ਕਿਹੜੀਆਂ ਸਟੇਟਮੈਂਟਸ ਸਹੀ ਹੈ, ਕਿਹੜੀਆਂ ਗਲਤ ਹੈ। ਨੈਕਸਟ ਦੇਖੋ, ਡੀ, ਦ ਲੈਂਡ ਲੇਡੀ ਟਰਾਈਜ਼ ਟੂ ਨੋ ਦ ਟੈਨੈਂਟਸ ਸਕਿਨ ਕਲਰ। ਠੀਕ ਹੈ, ਸੋ ਇਹ ਵਾਲੀ ਸਟੇਟਮੈਂਟ 'ਚ ਕੀ ਆਏਗਾ, ਯੈਸ। ਈ ਦੇਖੋ, ਦ ਟੈਨੈਂਟ ਮਿਸ ਹੀਅਰਸ ਦ ਲੇਡੀਜ਼ ਕੁਐਰੀ। ਕੁਐਰੀ ਕੀ ਹੁੰਦੀ, ਕੁਐਸਚਨ। ਕਲੀਅਰ। ਸੋ ਕੀ ਉਹਨੂੰ ਗਲਤ ਸੁਣਦਾ ਹੈ ਕਿ ਸੱਚਮੁੱਚ ਲੇਡੀ ਨੇ ਕੀ ਪੁੱਛਿਆ ਹੁੰਦਾ, ਹਾਊ ਡਾਰਕ। ਸੋ ਇੱਥੇ ਕੀ ਹੈਗਾ ਕਿ ਉਹਨੇ ਕੋਈ ਗਲਤ ਨਹੀਂ ਸੁਣਿਆ ਸੀ, ਵਾਕਈ ਲੇਡੀ ਨੇ ਕੀ ਪੁੱਛਿਆ ਸੀ, ਹਾਊ ਡਾਰਕ। ਠੀਕ ਹੈ, ਸੋ ਇੱਥੇ ਕੀ ਆਏਗਾ, ਨੋ। ਇਹਦਾ ਮਤਲਬ ਕਿ ਉਹ ਗਲਤ ਨਹੀਂ ਸੁਣਦੀ। ਦ ਟੈਨੈਂਟ ਰਿਵੀਲਸ ਦੈਟ ਹੀ ਇਜ਼ ਅਮੈਰੀਕਨ। ਕਲੀਅਰ। ਸੋ ਕੀ ਇਹ ਸੱਚ ਹੈ, ਦੇਖੋ ਯੂ ਹੈਵ ਰੈਡ ਦ ਪੋਇਮ। ਸੋ ਇੱਥੇ ਕੀ ਆਊਗਾ, ਨੋ, ਕਿਉਂਕਿ ਉਹ ਕੀ ਦੱਸਦਾ ਦੈਟ ਹੀ ਇਜ਼ ਅਫਰੀਕਨ। ਜੀ ਦੇਖੋ, ਦ ਲੈਂਡ ਲੇਡੀ ਅੰਡਰਸਟੈਂਡਸ ਦ ਟੈਨੈਂਟਸ ਕਲਰ ਡਿਸਕ੍ਰਿਪਸ਼ਨ ਇਮੀਡੀਏਟਲੀ। ਸੋ ਜਦੋਂ ਉਹਨੂੰ ਪੁੱਛਦੀ ਹੈ ਤਾਂ ਜਦੋਂ ਉਹ ਡਿਸਕ੍ਰਾਈਬ ਕਰਦਾ ਆਪਣਾ ਕਲਰ, ਕੀ ਲੈਂਡ ਲੇਡੀ ਇੱਕਦਮ ਸਮਝ ਜਾਂਦੀ ਹੈ। ਸੋ ਇੱਥੇ ਵੀ ਕੀ ਆਊਗਾ, ਨੋ, ਬਿਕੋਜ਼ ਸ਼ੀ ਡਜ਼ ਨਾਟ ਹੈਵ ਦ ਕਾइंड ऑफ ਵੋਕੈਬਲਰੀ ਦੈਟ ਦ ਟੈਨੈਂਟ ਯੂਜ਼ਸ। ਸੋ ਇਸ ਕਰਕੇ ਉਹਨੂੰ ਸਮਝ ਨਹੀਂ ਆਉਂਦੀ ਇੱਕਦਮ। ਐਚ ਦੇਖੋ, ਐਟ ਦ ਐਂਡ ਆਫ ਦ ਪੋਇਮ ਦ ਲੈਂਡ ਲੇਡੀ ਐਗਰੀਜ਼ ਟੂ ਰੈਂਟ ਦ ਅਕੋਮੋਡੇਸ਼ਨ। ਸੋ ਤੁਸੀਂ ਪੋਇਮ ਪੜ੍ਹੀ ਹੈ ਕਿ ਅਖੀਰ ਦੇ ਵਿੱਚ ਉਹ ਲੈਂਡ ਲੇਡੀ ਮੰਨ ਜਾਂਦੀ ਹੈ ਕਿ ਠੀਕ ਹੈ ਮੈਂ ਕਿਰਾਏ 'ਤੇ ਤੈਨੂੰ ਘਰ ਦੇ ਦਿੰਦੀ ਹਾਂ। ਸੋ ਇੱਥੇ ਕੀ ਆਏਗਾ, ਨੋ। ਆਏ ਦੇਖੋ, ਥਰੂ ਆਊਟ ਦ ਕਨਵਰਸੇਸ਼ਨ ਦ ਟੈਨੈਂਟ ਸਪੀਕਸ ਪੋਲਾਈਟਲੀ। ਇੱਥੇ ਕੀ ਆਏਗਾ, ਯੈਸ ਆਏਗਾ, ਕਿਉਂਕਿ ਕਿਤੇ ਵੀ ਰੂਡ ਨਹੀਂ ਹੋਇਆ, ਹੀ ਵਾਜ਼ ਵੈਰੀ ਪੋਲਾਈਟ ਥਰੂ ਆਊਟ। ਜੇ ਦੇਖੋ, ਦ ਟੈਨੈਂਟ ਐਂਡ ਦ ਲੈਂਡ ਲੇਡੀ ਐਗਰੀ ਟੂ ਮੀਟ ਈਚ ਅਦਰ। ਸੋ ਇੱਥੇ ਕੀ ਆਏਗਾ, ਨੋ, ਕਿਉਂਕਿ ਉਹ ਬਿਲਕੁਲ ਜਿਹੜੀ ਲੈਂਡ ਲੇਡੀ ਹੈ ਉਹ ਫੋਨ ਪਟਕ ਦਿੰਦੀ ਹੈ। ਸੋ ਨੈਕਸਟ ਦੇਖੋ, ਹੁਣ ਆਂਸਰ ਦ ਫੋਲੋਇੰਗ ਕੁਐਸਚਨਸ ਇਨ ਅ ਸੈਂਟੈਂਸ ਔਰ ਟੂ। ਨੈਕਸਟ ਵਾਲਾ ਦੇਖੋ, ਦਿਸ ਇਜ਼ ਆਲਸੋ ਔਨ ਪੇਜ ਨੰਬਰ 31। ਫਸਟ ਕੀ ਹੈ, ਗਿਵ 2 ਰੀਜ਼ਨਸ ਵਾਈ ਦ ਕਾਲਰ ਇਨੀਸ਼ੀਅਲੀ ਫਾਈਂਡਸ ਦ ਅਕੋਮੋਡੇਸ਼ਨ ਅਟਰੈਕਟਿਵ। ਸੋ ਇਨੀਸ਼ੀਅਲੀ ਦਾ ਮਤਲਬ ਕੀ ਹੈ, ਇਨ ਦ ਬਿਗਨਿੰਗ, ਸ਼ੁਰੂ ਵਿੱਚ ਉਹਨੂੰ ਕਿਉਂ ਉਹ ਵਾਲਾ ਘਰ ਜਿਹੜਾ ਸੀਗਾ, ਜਿਹੜਾ ਉਹਨੇ ਕਿਰਾਏ 'ਤੇ ਲੈਣਾ ਸੀਗਾ, ਉਹਨੂੰ ਕਿਉਂ ਅੱਛਾ ਲੱਗ ਰਿਹਾ ਸੀਗਾ। ਸੋ 2 ਰੀਜ਼ਨ ਸੀਗੇ। ਪਹਿਲਾ ਕੀ ਸੀਗਾ, ਦੈਟ ਦ ਰੈਂਟ ਵਾਜ਼ ਰੀਜ਼ਨੇਬਲ, ਐਂਡ ਦ ਸੈਕਿੰਡ ਰੀਜ਼ਨ ਵਾਜ਼ ਦੈਟ ਦ ਲੋਕੇਸ਼ਨ ਵਾਜ਼ ਆਲਸੋ ਗੁੱਡ। ਇਟ ਵਾਜ਼ ਇਨਡਿਫਰੈਂਟ, ਠੀਕ ਸੀਗੀ ਲੋਕੇਸ਼ਨ, ਨਾ ਤਾਂ ਉਹ ਕੋਈ ਗੋਰੇ ਲੋਕਾਂ ਦਾ ਗੜ ਸੀਗਾ। ਓਕੇ, ਸੋ ਸਮਟਾਈਮਸ ਪੀਪਲ ਅਵੋਇਡ ਰੈਂਟਿੰਗ ਆਊਟ ਐਨ ਅਕੋਮੋਡੇਸ਼ਨ ਜਿੱਥੇ ਕਿ ਕੋਈ ਖਾਸ ਨਸਲ ਦੇ ਲੋਕ ਜ਼ਿਆਦਾ ਰਹਿੰਦੇ ਹੋਣ। ਸੋ ਉਹਨੂੰ ਕੀ ਲੱਗਿਆ ਕਿ ਠੀਕ ਹੈ, ਸੋ ਉਹਨੂੰ ਸ਼ੁਰੂ ਦੇ ਵਿੱਚ ਵਧੀਆ ਲੱਗੀ ਅਕੋਮੋਡੇਸ਼ਨ। ਬੀ ਦੇਖੋ, ਸਬਸੀਕੁਐਂਟਲੀ ਵਾਈ ਡਜ਼ ਹੀ ਥਿੰਕ ਦੈਟ ਹੀ ਵੁੱਡ ਹੈਵ ਅ ਵੇਸਟਿਡ ਜਰਨੀ। ਬਾਅਦ 'ਚ ਉਹਨੂੰ ਕਿਉਂ ਲੱਗਾ ਕਿ ਪਹਿਲਾਂ ਤਾਂ ਉਹ ਬਹੁਤ ਐਕਸਾਈਟ ਹੋ ਗਿਆ ਬਿਕੋਜ਼ ਐਵਰੀਥਿੰਗ ਵਾਜ਼ ਆਲ ਰਾਈਟ, ਕਿ rent was reasonable, the location was good, and then the lady also did not live in the same house. So ਪਰ ਬਾਅਦ 'ਚ ਉਹਨੂੰ ਇਹ ਕਿਉਂ ਲੱਗਣ ਲੱਗਾ that he would have a wasted journey. wasted journey ਕੀ ਹੁੰਦੀ, ਸਫ਼ਰ। wasted journey ਕੀ ਹੁੰਦੀ ਹੈ, ਜਿਹਦਾ ਕਿ ਕੋਈ ਫਲ ਨਾ ਨਿਕਲੇ, ਜਿਹਦਾ ਕਿ ਤੁਸੀਂ ਐਵੇਂ ਕਹੋ ਕਿ ਐਵੇਂ ਗਏ ਉੱਥੇ। ਸੋ wasted journey ਉਹਨੂੰ ਕਿਉਂ ਲੱਗਾ ਕਿ because he was aware of the racial bias and the color prejudice that still
ਪ੍ਰੀਵੇਲਸ ਇਨ ਦ ਅਮਰੀਕਨ ਸੁਸਾਇਟੀ, ਕਿਉਂਕਿ ਉਹਨੂੰ ਪਤਾ ਸੀਗਾ ਕਿ ਅਮਰੀਕਨ ਸੁਸਾਇਟੀ ਦੇ ਵਿੱਚ ਬਹੁਤ ਜ਼ਿਆਦਾ ਭੇਦਭਾਵ ਕੀਤਾ ਜਾਂਦਾ ਔਨ ਦ ਬੇਸਿਸ ਆਫ ਕਲਰ। ਸੋ ਉਹਨੂੰ ਕੀ ਲੱਗਾ ਕਿ ਸ਼ਾਇਦ ਹੋ ਸਕਦਾ ਹੈ ਕਿ ਜਦੋਂ ਮੈਂ ਉਹਨੂੰ ਦੱਸਿਆ ਕਿ ਆਈ ਐਮ ਐਨ ਅਫਰੀਕਨ, ਦੈਟ ਆਈ ਹੈਵ ਬਲੈਕ ਕਲਰ, ਤਾਂ ਹੋ ਸਕਦਾ ਕਿ ਲੇਡੀ ਉਹਨੂੰ ਫਿਰ ਘਰ ਕਿਰਾਏ 'ਤੇ ਨਾ ਦੇਵੇ ਉਹਨੂੰ ਦੇਖ ਕੇ। ਸੋ ਇਸ ਕਰਕੇ ਉਹਨੂੰ ਕੀ ਲੱਗਾ ਕਿ ਮੈਂ ਹੁਣ ਹੀ ਦੱਸ ਦੇਵਾਂ ਤਾਂ ਕਿ ਮੈਨੂੰ ਐਵੇਂ ਮੇਰੀ ਸਫ਼ਰ ਬੇਕਾਰ ਨਾ ਜਾਏ ਕਿ ਮੈਂ ਜਾਵਾਂ ਵੀ ਉੱਥੇ ਦੈਨ ਦ ਹਾਊਸ ਇਜ਼ ਨੋਟ ਰੈਂਟਡ ਆਊਟ ਟੂ ਮੀ। ਨੈਕਸਟ ਦੇਖੋ, ਵਾਟ ਇਜ਼ ਦ ਸੈਲਫ ਕਨਫੈਸ਼ਨ ਦੈਟ ਦ ਸਪੀਕਰ ਮੇਕਸ। ਸੋ ਕਿਹੜੀ ਉਹ, ਸੋ ਕਨਫੈਸ਼ਨ ਇਜ਼ ਜਨਰਲੀ ਮੇਡ ਬਾਏ ਦ ਕ੍ਰਿਮੀਨਲਸ, ਪਰ ਇੱਥੇ ਇਸ ਸੁਸਾਇਟੀ ਦਾ ਟ੍ਰੈਜਡੀ ਕੀ ਹੈ, ਦੈਟ ਅ ਪਰਫੈਕਟਲੀ ਡੀਸੈਂਟ ਪਰਸਨ ਫੀਲਸ ਲਾਈਕ ਅ ਕ੍ਰਿਮੀਨਲ ਜਸਟ ਬਿਕੋਜ਼ ਹੀ ਇਜ਼ ਅ ਬਲੈਕ। ਸੋ ਪਰ ਹੁਣ ਉਹ ਕੀ ਕਹਿੰਦਾ ਕਿ ਕਿਹੜੀ ਉਹਨੇ ਸੈਲਫ ਕਨਫੈਸ਼ਨ ਕਰਨੀ ਸੀ, ਤੁਸੀਂ ਇਹੀ ਦੱਸੋਗੇ ਕਿਹੜੀ ਸੈਲਫ ਕਨਫੈਸ਼ਨ, ਦੈਟ ਹੀ ਇਜ਼ ਅਫਰੀਕਨ। ਸੋ ਦਿਸ ਇਜ਼ ਦ ਸੈਲਫ ਕਨਫੈਸ਼ਨ ਦੈਟ ਹੀ ਹੈਜ਼ ਟੂ ਮੇਕ। ਡੀ ਦੇਖੋ, what do expressions such as lipstick coated, long gold rolled, cigarette holder pipped tell us about the social status of the landlady? So from her voice he can make out that maybe she is wearing makeup and maybe she is carrying a long cigarette holder that is gold rolled. Okay, so only he can make out these things from her manner of speaking, from her accent, कि make out करता है कि शायद this particular woman is a lady of leisure, LEISURE, lady of leisure ਦਾ ਮਤਲਬ ਕੀ ਹੈ, that she does not have to work for her living, ਉਹਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਵਾਸਤੇ ਕੰਮ ਨਹੀਂ ਕਰਨਾ ਪੈਂਦਾ। ਸੋ ਇਹ ਉਹ ਸੋਚਦਾ ਹੈ। ਸੋ ਇਹ ਵਾਲੀ ਐਕਸਪ੍ਰੈਸ਼ਨ ਸਾਨੂੰ ਉਹਦੇ ਸੋਸ਼ਲ ਸਟੇਟਸ ਬਾਰੇ ਕੀ ਦੱਸਦੇ, ਦੈਟ ਸ਼ੀ ਬਿਲੋਂਗਸ ਟੂ ਦ ਹਾਈ ਸਟ੍ਰੈਟਾ ਆਫ ਦ ਸੁਸਾਇਟੀ, ਦੈਟ ਸ਼ੀ ਬਿਲੋਂਗਸ ਟੂ ਦ ਰਿਚ ਕਲਾਸ ਆਫ ਦ ਸੁਸਾਇਟੀ, ਜਿੱਥੇ ਕਿ ਉਹ ਆਰਾਮ ਨਾਲ ਬੈਠੀ ਹੋਈ ਹੈ ਆਪਣੇ ਘਰ ਦੇ ਅੰਦਰ, ਐਂਡ ਸ਼ੀ ਹੈਜ਼ leisure and she is wearing makeup also, and so social status landlady da ki hai, that she is a rich lady and she belongs to the higher strata of the society. Next dekho, hun F dekho, why does the speaker ask the landlady to see his palm and sole? Okay, because again the speaker feels insulted, and he also feels that the color of the skin is not the same in all places of the body. Okay, so he's trying to answer the lady in the same way that she has used to insult him. Okay, so he ill-mannered lady see, and he's trying to be a little like that lady. So ਤਦੀ ਉਹਨੂੰ ਕੀ ਕਹਿੰਦਾ ਕਿ ਜਾਣ ਬੁੱਝ ਕੇ ਉਹਨੂੰ ਕੀ ਕਹਿੰਦਾ ਕਿ ਪਾਮ ਐਂਡ ਸੋਲ। ਸੋ ਐਵਰੀਬਡੀ ਨੋਜ਼ ਕਿ ਤੁਹਾਡੀ ਜਿਹੜੀ ਹਥੇਲੀ ਅਤੇ ਜਿਹੜੀ ਤੁਹਾਡੀ ਸੋਲ ਹੈ, ਜਿਹੜੀ ਤੁਹਾਡੀ ਪੈਰਾਂ ਦੇ ਤਲਵੇ ਹੈਗੇ ਆ, ਨੈਚੁਰਲੀ ਦੇ ਆਰ ਨਾਟ ਆਫ ਬਲੈਕ ਕਲਰ। ਕਲੀਅਰ, ਪਰ ਉਹਨੂੰ ਥੋੜ੍ਹਾ ਜਿਹਾ ਇਰੀਟੇਟ ਕਰਨ ਵਾਸਤੇ, ਥੋੜ੍ਹਾ ਜਿਹਾ ਚਿੜਾਉਣ ਵਾਸਤੇ ਹੀ ਸੇਜ਼ ਕਿ ਮੇਰੇ ਜਿਹੜੇ ਪਾਮ ਅਤੇ ਸੋਲ ਹੈ ਉਹ ਕੀ ਹੈਗੇ ਆ, ਉਹ ਲਾਈਟ ਕਲਰ ਦੇ ਹੈ। ਸੋ ਦੇਖੋ ਇਹਨੂੰ ਹੁਣ, ਕਿਉਂਕਿ he is trying to pay back the lady in the same coin, क्योंकि the lady has insulted him without giving it a thought. clear, ਇੰਨੀ insensitive lady ਹੈ। ਸੋ ਥੋੜ੍ਹਾ ਜਿਹਾ ਉਹਨੂੰ ਉਸੇ ਉਹਦੀ ਭਾਸ਼ਾ ਵਿੱਚ ਹੀ ਜਵਾਬ ਦੇਣ ਵਾਸਤੇ ਉਹਨੂੰ ਇੱਦਾਂ ਕਹਿੰਦਾ ਹੈਗਾ। ਸੋ ਦੇਖੋ ਇਹਨੂੰ ਨੈਕਸਟ ਦੇਖੋ, what is the poem about? So the poem is about racial bias and color prejudice, that is these things are very prevalent in American society. So basic many laws have been passed that bestow equality upon the blacks also. So ਕਈ ਉੱਥੇ ਕਾਨੂੰਨ ਪਾਸ ਹੋਏ ਹੈ ਜਿਹਦੇ ਮੁਤਾਬਿਕ ਜੇ ਤੁਸੀਂ ਅਮੈਰੀਕਨ ਕੌਂਸਟੀਟਿਊਸ਼ਨ ਦੇਖਦੇ ਹੋ ਤਾਂ ਕਾਲੇ ਵੀ ਬਰਾਬਰ ਹੈ ਬਿਲਕੁਲ ਗੋਰਿਆਂ ਦੇ, ਉਹਨਾਂ ਨੂੰ ਉਹੀ ਅਧਿਕਾਰ ਮਿਲੇ ਹੋਏ ਹੈ। ਬਟ ਦ ਰਿਐਲਿਟੀ ਇਜ਼ ਆਲਵੇਜ਼ ਡਿਫਰੈਂਟ। ਕਲੀਅਰ, ਕਿਉਂਕਿ ਤੁਸੀਂ ਕਿਤਾਬਾਂ ਦੇ ਵਿੱਚ ਤਾਂ ਕਿੰਨਾ ਕੁਛ ਹੀ ਕਰ ਸਕਦੇ ਹੋ, ਬਟ ਦ ਰੀਅਲ ਥਿੰਗ ਇਜ਼ how much in reality you have given to the underprivileged of the society, to the ਜਿੱਦਾਂ ਹੁਣ ਅਮੈਰੀਕਨ ਸੁਸਾਇਟੀ ਦੇ ਵਿੱਚ ਕਿੰਨਾ ਤੁਸੀਂ ਰਿਐਲਿਟੀ ਦੇ ਵਿੱਚ ਉਹਨਾਂ ਨੂੰ ਕੀ ਮਿਲਿਆ, ਦੈਟ ਇਜ਼ ਆਫ ਰੀਅਲ ਇੰਪੋਰਟੈਂਸ। ਸੋ ਇੱਥੇ ਕੀ ਹੈਗਾ ਕਿ
ਰੇਸ਼ੀਅਲ ਪ੍ਰੈਜੂਡਿਸ ਹਾਲੇ ਵੀ ਉੱਥੇ ਹੈਗਾ, ਲੋਕੀ ਇਹਨਾਂ ਨਾਲ ਕਾਲੇ ਲੋਕਾਂ ਨਾਲ ਹਾਲੇ ਵੀ ਭੇਦਭਾਵ ਕਰਦੇ ਆ। ਸੋ ਨੈਕਸਟ ਦੇਖੋ, ਵਾਟ ਡਜ਼ ਦ ਪੋਇਮ ਟੈਲ ਅਸ ਅਬਾਊਟ ਦ ਲੈਂਡ ਲੇਡੀ ਐਂਡ ਦ ਸਪੀਕਰ। ਸੋ ਲੈਂਡ ਲੇਡੀ ਕੀ ਹੈਗੀ ਹੈ? ਲੈਂਡ ਲੇਡੀ ਸਭ ਤੋਂ ਪਹਿਲਾਂ ਤੁਸੀਂ ਕੀ ਦੱਸੋਗੇ? ਦੈਟ ਸ਼ੀ ਇਜ਼ ਅ ਰਿਚ ਲੇਡੀ, ਸ਼ੀ ਬਿਲੋਂਗਸ ਟੂ ਦ ਹਾਇਰ ਸਟ੍ਰੈਟਾ ਆਫ ਦ ਸੁਸਾਇਟੀ। ਫਿਰ ਤੁਸੀਂ ਹੋਰ ਇਹਦੇ ਬਾਰੇ ਕੀ ਦੱਸੋਗੇ? ਦੈਟ ਸ਼ੀ ਡਜ਼ ਨਾਟ, she seems to be a very ill-mannered, uncivil kind of a person। ਠੀਕ ਹੈ, ਬਿਲਕੁਲ ਤਮੀਜ਼ ਨਹੀਂ ਹੈ ਉਹਨੂੰ, ill-mannered ਹੈਗੀ ਹੈ। and she is insensitive also। she is not at all aware that she is hurting the other person with her insensitive questions। so she is not aware। ਬਹੁਤ ਜ਼ਿਆਦਾ insensitive ਹੈ। ਹੋਰ ਇਸ ਦੇ ਬਾਰੇ ਤੁਹਾਨੂੰ ਕੀ ਪਤਾ ਲੱਗਦਾ ਜੇ ਹੁਣ ਤੁਸੀਂ ਸੋਚੋ ਤਾਂ? ਕਲੀਅਰ ਕਿ ਇੱਕ ਤਾਂ ਹੋ ਗਈ ਬਿਲਕੁਲ ਉਹਨੂੰ ਉਹਦੇ ਵਿੱਚ ਸੰਵੇਦਨਾ ਦੀ ਕਮੀ ਹੈ, ਤਮੀਜ਼ ਦੀ ਕਮੀ ਹੈ। ਕਲੀਅਰ, ਨਾਲ ਇੱਕ ਹੋਰ ਵੀ ਚੀਜ਼ ਆਉਂਦੀ ਹੈ, ਔਰ ਉਹ ਕੀ ਹੈ? ਦੈਟ ਸ਼ੀ ਡਜ਼ ਨਾਟ ਅਪੀਅਰ ਟੂ ਬੀ ਵੈਰੀ ਐਜੂਕੇਟਿਡ। ਕਲੀਅਰ, ਬਿਕੋਜ਼ ਇੱਦਾਂ ਨਹੀਂ ਲੱਗਦਾ ਦੈਟ ਸ਼ੀ ਇਜ਼ ਬਹੁਤ ਜ਼ਿਆਦਾ ਉਹ ਕੋਈ ਇੰਟੈਲੀਜੈਂਟ ਹੈ ਜਾਂ ਪੜ੍ਹੀ ਲਿਖੀ ਹੈ। ਬਿਕੋਜ਼ ਸ਼ੀ ਡਜ਼ ਨਾਟ ਨੋ ਦ ਮੀਨਿੰਗਸ ਆਫ ਸਮ ਵਰਡਸ। ਕਿ ਜਿੱਦਾਂ ਉਹਨੂੰ ਸੀਪੀਆ ਦਾ ਮਤਲਬ ਨਹੀਂ ਪਤਾ। ਇਨ ਕੰਟਰਾਸਟ ਜਿਹੜਾ ਬਲੈਕ ਹੈ, ਉਹ ਕੀ ਲੱਗਦਾ ਕਿ ਹੀ ਅਪੀਅਰਸ ਟੂ ਬੀ ਅ ਵੈਰੀ ਐਜੂਕੇਟਿਡ ਪਰਸਨ, ਅ ਵੈਲ ਰੈਡ ਪਰਸਨ। ਕਲੀਅਰ, ਜਿਹਦੀ ਕਿ ਵੋਕੈਬਲਰੀ, ਜਿਹਦੀ ਕਿ ਵਰਡਸ ਦੀ ਨੌਲੇਜ ਬਹੁਤ ਜ਼ਿਆਦਾ, ਜਦੋਂ ਕਿ ਜਿਹੜੀ ਇਹ ਲੇਡੀ ਹੈਗੀ ਹੈ, ਸ਼ੀ ਡਜ਼ ਨਾਟ ਅਪੀਅਰ ਟੂ ਬੀ ਅ ਵੈਰੀ ਐਜੂਕੇਟਿਡ ਕਾਈਂਡ ਆਫ ਅ ਪਰਸਨ। ਸੋ ਇੰਟੈਲੀਜੈਂਟ ਵੀ ਨਹੀਂ ਲੱਗਦੀ। ਸੋ ਨੈਕਸਟ ਦੇਖੋ ਹੁਣ, ਸੋ ਜਿਹੜਾ ਸਪੀਕਰ ਹੈ ਉਹ ਕੀ ਲੱਗਦਾ ਹੈ? ਹੀ ਅਪੀਅਰਸ ਟੂ ਬੀ ਅ ਵੈਰੀ ਇੰਟੈਲੀਜੈਂਟ, ਐਜੂਕੇਟਿਡ ਪਰਸਨ। ਐਂਡ ਅਨਦਰ ਥਿੰਗ ਸਪੀਕਰ ਬਾਰੇ ਸਾਨੂੰ ਕੀ ਲੱਗਦਾ? ਦੈਟ ਹੀ ਇਜ਼ ਅ ਵੈਰੀ ਡੀਸੈਂਟ ਹਿਊਮਨ ਬੀਇੰਗ। ਬਹੁਤ ਸ਼ਰੀਫ ਹੈ, ਬਹੁਤ, ਔਰ ਕਿਤੇ ਵੀ ਹੀ ਨੈਵਰ ਬਿਕਮਸ impolite। ਕਲੀਅਰ, ਦੋ ਦ ਲੇਡੀ ਇਨਸਲਟਸ ਹਿਮ, ਹੀ ਡਜ਼ ਨਾਟ ਲੂਜ਼ ਹਿਜ਼ ਕੂਲ। ਉਹਦੇ ਨਾਲ ਕੋਈ ਬਦਤਮੀਜ਼ੀ ਨਹੀਂ ਕਰਦਾ। ਹੀ ਰਿਮੇਨਸ ਪੋਲਾਈਟ ਐਂਡ ਡੀਸੈਂਟ ਥਰੂ ਆਊਟ। ਸੋ ਉਹਨੂੰ ਜ਼ਰੂਰ ਥੋੜ੍ਹਾ ਜਿਹਾ ਉਹਨੂੰ ਅਹਿਸਾਸ ਜ਼ਰੂਰ ਕਰਵਾਉਂਦਾ ਹੈਗਾ ਕਿ ਬਜਾਏ ਕਿ ਸਿੱਧੇ ਜਵਾਬ ਦੇਣ ਦੇ ਹੀ ਕਾਊਂਟਰ ਕੁਐਸਚਨਸ ਹਰ। ਕਲੀਅਰ, ਉਹਨੂੰ ਥੋੜ੍ਹਾ ਜਿਹਾ ਪੁੱਠੇ ਜਿਹੇ ਜਵਾਬ ਤਾਂ ਦਿੰਦਾ ਹੈਗਾ, ਉਲਟਾ ਸਵਾਲ ਕਰਦਾ ਹੈਗਾ, ਪਰ ਹੀ ਐਟ no point does he become rude or uncivil। next ਦੇਖੋ ਹੁਣ, how does the speaker express his resentment at the landlady's question। so resentment ਦਾ ਮਤਲਬ ਵੀ ਕੀ ਹੈ? ਕਿ ਨਾਰਾਜ਼ਗੀ। ਕਲੀਅਰ, ਸੋ ਉਹਨੂੰ ਬੁਰਾ ਤਾਂ ਲੱਗਦਾ ਹੈ ਜਿਹੜੀ ਲੈਂਡ ਲੇਡੀ ਹੈ, ਸ਼ੀ ਇਜ਼ ਸੋ ਇਨਸੈਂਸਿਟਿਵ, ਇੱਦਾਂ ਦੇ ਕੁਐਸਚਨਸ ਪੁੱਛ ਰਹੀ ਹੈ। ਉਹਨੂੰ ਬਿਲਕੁਲ ਨਹੀਂ ਪਤਾ ਕਿ ਇੱਦਾਂ ਦੇ ਕੁਐਸਚਨਸ ਪੁੱਛਣੇ ਕਿੰਨੇ ਓਬਜੈਕਸ਼ਨੇਬਲ ਹੋ ਸਕਦੇ। ਸੋ ਉਹ ਕਿੱਦਾਂ, ਇੱਕ ਤਰੀਕਾ ਕੀ ਹੈ ਕਿ ਉਹ ਅੱਗੇ ਹੁੰਦੀ ਉਹਨੂੰ ਬੁਰਾ ਬੋਲਣਾ ਸ਼ੁਰੂ ਕਰ ਦਿੰਦਾ, ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦਾ। ਬਟ ਹੀ ਡਜ਼ ਨਾਟ ਡੂ ਦੈਟ। ਕਲੀਅਰ, ਹੀ ਐਕਸਪ੍ਰੈਸਿਸ ਹਿਜ਼ ਰਿਜ਼ੈਂਟਮੈਂਟ ਇਨ ਅ ਵੈਰੀ ਇੰਟੈਲੀਜੈਂਟ ਮੈਨਰ। ਕਿ ਸੋ ਆਪਣਾ ਰਿਵੈਂਜ ਵੀ ਲੈ ਲੈਂਦਾ, ਬਟ ਇਨ ਅ ਵੈਰੀ ਇੰਟੈਲੀਜੈਂਟ ਮੈਨਰ, ਕਿ ਉਹਨੂੰ ਸਮਝ ਹੀ ਨਹੀਂ ਆਉਂਦੀ ਲੇਡੀ ਨੂੰ। ਕਲੀਅਰ, ਕਿਉਂਕਿ ਉਹਨੂੰ ਲੇਡੀ ਨੂੰ ਅੱਧੇ ਵਰਡਸ ਦਾ ਮਤਲਬ ਹੀ ਨਹੀਂ ਪਤਾ। ਕਿ ਸੋ ਕਿਸ ਤਰ੍ਹਾਂ ਆਪਣਾ ਥੋੜ੍ਹਾ ਜਿਹਾ ਨਾਰਾਜ਼ਗੀ ਕਿਸ ਤਰ੍ਹਾਂ ਜ਼ਾਹਿਰ ਕਰਦਾ ਹੈ ਕਿ ਉਹਨੂੰ ਇੱਕ ਤਾਂ ਲੇਡੀ ਨੂੰ ਕੋਈ ਅਹਿਸਾਸ ਕਰਵਾਉਂਦਾ ਕਿ ਕਲਰਸ ਜਿਹੜੇ ਹੁੰਦੇ ਆ, ਈਵਨ ਬਾਡੀ ਦੇ ਉੱਪਰ ਵੀ ਕਲਰਸ ਕੀ ਕਰਦੇ ਆ, ਵੇਰੀ ਕਰਦੇ ਆ। ਐਂਡ ਮੋਰ ਓਵਰ ਥੋੜ੍ਹਾ ਜਿਹਾ ਉਹਨੂੰ ਸਿੱਧੇ ਜਵਾਬ ਦੇਣ ਦੀ ਬਜਾਏ ਉਹਨੂੰ ਕੀ ਕਰਦਾ, ਉਹਨੂੰ ਉਲਟਾ ਕੁਐਸਚਨਸ ਪੁੱਛਣੇ ਸ਼ੁਰੂ ਕਰ ਦਿੰਦਾ ਹੈ। ਸੋ ਇਨ ਦਿਸ ਵੇ ਹੀ ਟਰਾਈਜ਼ ਟੂ ਮੇਕ ਦ ਲੇਡੀ ਰਿਅਲਾਈਜ਼ the absurdity of her questions। clear, and the lack of civility, ਜਿਹੜੀ ਉਹਦੇ ਵਿੱਚ ਤਮੀਜ਼ ਦੀ ਕਮੀ ਹੈ। ਸੋ ਥੋੜ੍ਹਾ ਜਿਹਾ ਉਹਨੂੰ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਦਾ ਹੈਗਾ ਕਿ ਮੇਰੇ ਤਲੀ ਦਾ ਇਹ ਰੰਗ ਹੈ, ਮੇਰੇ ਹਥੇਲੀ ਦਾ ਇਹ ਰੰਗ ਹੈ। ਨੈਕਸਟ ਦੇਖੋ, ਡੂ ਯੂ ਫਾਈਂਡ ਦ ਟੈਨੈਂਟਸ ਰਿਸਪੌਂਸ ਜਸਟੀਫਾਈਬਲ, ਗਿਵ ਯੋਰ ਰੀਜ਼ਨਸ। ਸੋ ਕੀ ਜਿਹੜੇ ਉਹਨੇ ਅੱਗੇ ਦੀ ਦੱਸਿਆ ਕਿ ਮੇਰੇ ਤਲੀ ਦਾ ਰੰਗ ਇਹ ਹੈਗਾ, ਮੇਰੇ ਬੋਟਮਸ ਦਾ ਰੰਗ ਇਹ ਹੈਗਾ, ਡੂ ਯੂ ਥਿੰਕ ਦੈਟ ਦਿਸ ਇਜ਼ ਜਸਟੀਫਾਈਬਲ। ਸੋ ਤੁਸੀਂ ਕੀ ਲਿਖੋਗੇ? ਦੈਟ ਇਟ ਇਜ਼ ਵੈਰੀ ਮਚ ਜਸਟੀਫਾਈਬਲ, ਕਿ ਉਹ ਠੀਕ ਉਹਦਾ ਰਿਸਪੌਂਸ ਸੀਗਾ। ਬਿਕੋਜ਼ ਦ ਲੇਡੀ ਵਾਜ਼ ਬੀਇੰਗ ਵੈਰੀ ਇਲ ਮੈਨਰਡ, ਸ਼ੀ ਵਾਜ਼ ਬੀਇੰਗ ਵੈਰੀ ਅਨਸਿਵਲ। ਸੋ ਉਹਨੇ ਜੇ ਇੱਦਾਂ ਦਾ ਜਵਾਬ ਦਿੱਤਾ ਉਹਨੂੰ ਤਾਂ ਬਿਲਕੁਲ ਸਹੀ ਦਿੱਤਾ। ਉਹਦਾ ਜਿਹੜੇ ਕੁਐਸਚਨ ਸੀਗੇ ਉਹ ਇਹੀ ਡਿਜ਼ਰਵ ਕਰਦੇ ਸੀਗੇ। ਤਾਂ ਕੁਐਰੀਜ਼ ਦੈਟ ਸ਼ੀ ਵਾਜ਼ ਪੁਟਿੰਗ ਟੂ ਦੈਟ person deserved these kinds of answers only,
ਹੁਣ ਇਹਨੂੰ ਦੇਖੋ, ਲਿਸਟ ਆਲ ਦ ਕਲਰਸ ਮੈਂਸ਼ਨਡ ਇਨ ਦ ਪੋਇਮ। ਸੋ ਬੇਸਿਕਲੀ ਦ ਪੋਇਮ ਇਜ਼ ਅਬਾਊਟ ਕਲਰ। ਕਲੀਅਰ ਕਿ ਜਿਹੜਾ ਸਿਰਫ ਚਮੜੀ ਦੇ ਰੰਗ ਦੇ ਕਰਕੇ ਜਿਹੜਾ ਭੇਦਭਾਵ ਕੀਤਾ ਜਾਂਦਾ, ਜਿਹੜੀ ਡਿਸਕ੍ਰਿਮੀਨੇਸ਼ਨ ਕੀਤੀ ਜਾਂਦੀ, ਦ ਪੋਇਮ ਇਜ਼ ਅਬਾਊਟ ਦੈਟ। ਕਲੀਅਰ। ਔਰ ਹੁਣ ਇਹਦੇ ਵਿੱਚ ਤੁਸੀਂ ਸਾਰੇ ਕਲਰਸ ਕਿਹੜੇ ਕਿਹੜੇ ਇਹਦੇ ਵਿੱਚ ਆਉਂਦੇ ਆ ਦੇਖੋ। ਸਭ ਤੋਂ ਪਹਿਲਾਂ ਜਿਹੜਾ ਕਲਰ ਸੀਗਾ ਉਹ ਕਿਹੜਾ ਸੀਗਾ? ਇਟ ਵਾਜ਼ ਰੈਡ ਕਲਰ ਆਇਆ। ਫਿਰ ਦੈਨ ਚੋਕਲੇਟ ਕਲਰ, ਪਲੇਨ ਔਰ ਮਿਲਕ ਚੋਕਲੇਟ, ਐਂਡ ਦੈਨ ਸੀਪੀਆ ਕਲਰ। ਔਰ ਫਿਰ ਜਿਹੜਾ ਬਰੂਨੇਟ ਦਾ ਕਲਰ ਹੁੰਦਾ, ਜਿਹੜੇ ਬਰੂਨੇਟ ਦੇ ਬਾਲਾਂ ਦਾ ਰੰਗ ਹੁੰਦਾ, ਡਾਰਕ ਬਰਾਊਨ। ਸੋ ਇਹ ਸਾਰੇ। ਦੈਨ ਪਰਆਕਸਾਈਡ ਬਲੌਂਡ ਕੀ ਹੁੰਦਾ? ਲਾਈਟ ਕਲਰ। ਰੇਵਨ ਬਲੈਕ ਕੀ ਹੁੰਦਾ? ਬਹੁਤ ਜਿਹਨੂੰ ਆਪਾਂ ਕਹਿੰਦੇ ਹਾਂ ਡਾਰਕ ਬਲੈਕ, ਸ਼ਾਹ ਕਾਲਾ ਜਿਹਨੂੰ ਆਪਾਂ ਕਹਿੰਦੇ ਹਾਂ। ਸੋ ਰੇਵਨ ਇਜ਼ ਅ ਬਰਡ ਜਿਹੜਾ ਕਿ ਬਹੁਤ ਜ਼ਿਆਦਾ ਬਲੈਕ ਕਲਰ ਦਾ ਹੁੰਦਾ। ਸੋ ਦੀਜ਼ ਆਰ ਦ, ਸੋ ਕਿਉਂ ਇੰਨੇ ਕਲਰਸ ਉਹਨੇ ਯੂਜ਼ ਕੀਤੇ? ਬਿਕੋਜ਼ ਦ ਪੋਇਮ ਇਜ਼ ਅਬਾਊਟ ਕਲਰ ਓਨਲੀ। ਸੋ ਹੁਣ ਨੈਕਸਟ ਦੇਖੋ, ਨੈਕਸਟ ਇਜ਼ ਆਨਸਰ ਦ ਫੋਲੋਇੰਗ ਕੁਐਸਚਨਸ ਇਨ ਅਬਾਊਟ 10 to 15 ਲਾਈਨਸ ਈਚ। ਸੋ ਥੋੜ੍ਹਾ ਜਿਹਾ ਦੇਖੋ, ਜੇ ਇਹਨਾਂ ਨੂੰ ਇਹ ਕਈ ਵਾਰੀ ਸ਼ਾਰਟ 'ਚ ਵੀ ਆ ਸਕਦੇ ਆ। ਹਾਊ ਡਜ਼ ਦ ਪੋਇਟ ਡਰਾ ਦ ਰੀਡਰਸ ਅਟੈਂਸ਼ਨ ਟੂ ਦ ਸੈਂਟਰਲ ਆਈਡੀਆ ਆਫ ਦ ਪੋਇਮ। ਸੋ ਸੈਂਟਰਲ ਆਈਡੀਆ ਹੈ ਹੀ ਕੀ ਹੈ ਪੋਇਮ ਦਾ? ਦ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੈਟ ਐਗਜ਼ਿਸਟਸ ਇਨ ਅਮੈਰੀਕਨ ਸੁਸਾਇਟੀ। ਕਿ ਜਿਹੜਾ ਨਸਲੀ ਭੇਦਭਾਵ ਅਮੈਰੀਕਨ ਸੁਸਾਇਟੀ ਦੇ ਵਿੱਚ ਹਾਲੇ ਵੀ ਹੈਗਾ। ਜਦੋਂ ਕਿ ਇਨ ਥਿਊਰੀ ਮੈਨੀ ਲਾਜ਼ ਹੈਵ ਬੀਨ ਪਾਸਡ। In theory there is equality in the American society, but but the reality is very different. Clear? So this is the central idea of the poem. So ਕਿੱਦਾਂ ਉਹਨੇ ਇਹਦਾ ਤੁਹਾਡਾ ਧਿਆਨ ਇਹਦੇ ਵੱਲ ਦਵਾਇਆ? by narrating a telephone conversation, by reporting a telephone conversation. So ਉਹਨੇ ਤੁਹਾਨੂੰ ਇਹ ਕਿੱਦਾਂ ਦੱਸਿਆ ਕਿ ਉੱਥੇ ਕਿੰਨਾ ਭੇਦਭਾਵ ਹੈ ਹਾਲੇ ਵੀ। ਇੱਕ ਤੁਹਾਡੇ ਸਾਹਮਣੇ ਉਹਨੇ ਟੈਲੀਫੋਨ ਕਨਵਰਸੇਸ਼ਨ ਤੁਹਾਡੇ ਸਾਹਮਣੇ ਰੱਖੀ ਹੈ, ਤੁਹਾਨੂੰ ਸੁਣਾਈ ਹੈ। ਸੋ ਇਸ ਤਰ੍ਹਾਂ ਉਹਨੇ, ਜਿਹਦੇ ਵਿੱਚ ਕਿ ਇੱਕ ਜਿਹੜੀ ਵਾਈਟ ਲੈਂਡ ਲੇਡੀ ਹੈ, ਸ਼ੀ ਬਿਹੇਵਸ ਇਨ ਅ ਵੈਰੀ ਇਨਸੈਂਸਿਟਿਵ ਮੈਨਰ ਵਿਦ ਅ ਬਲੈਕ ਪਰਸਨ। ਸੋ ਦਿਸ ਇਜ਼ ਹਾਊ ਸ਼ੀ ਡਰਾਜ਼। ਨੈਕਸਟ ਦੇਖੋ, ਕੌਮੈਂਟ ਔਨ ਦ ਟੈਨੈਂਟਸ ਲੈਂਗੁਏਜ ਐਂਡ ਟੋਨ ਇਨ ਦ ਪੋਇਮ। ਸੋ ਉਹਦੀ ਜਿਹੜੀ ਟੈਨੈਂਟ ਦੀ ਲੈਂਗੁਏਜ ਹੈ, ਜਿਹੜਾ ਕਿਰਾਏਦਾਰ ਹੈ, ਵੁੱਡ ਬੀ ਕਿਰਾਏਦਾਰ, ਜਿਹੜਾ ਪ੍ਰੋਸਪੈਕਟਿਵ ਕਿਰਾਏਦਾਰ ਹੈ, ਉਹਦੀ ਲੈਂਗੁਏਜ ਅਤੇ ਉਹਦੀ ਟੋਨ ਉਹਦੀ ਸਾਰਾ ਟਾਈਮ ਕੀ ਰਹਿੰਦੀ ਹੈ? ਇਟ ਰਿਮੇਨਸ ਵੈਰੀ ਪੋਲਾਈਟ। ਈਵਨ ਵੈਨ ਹੀ ਇਜ਼ ਟਰਾਈਂਗ ਟੂ ਗੈਟ ਹਿਜ਼ ਬੈਕ ਔਨ ਦ ਲੇਡੀ, ਈਵਨ ਵੈਨ ਹੀ ਇਜ਼ ਟਰਾਈਂਗ ਟੂ ਐਕਸਪ੍ਰੈਸ ਹਿਜ਼ ਰਿਜ਼ੈਂਟਮੈਂਟ, even then his tone remains very polite. At no point of time does he behave in an uncivil manner or in a rude manner. So the ਜਿਹੜੀ tone ਹੈ ਉਹ ਬਹੁਤ ਹੀ polite ਰਹਿੰਦੀ ਹੈ, ਔਰ ਉਹਦੀ language ਤੇ tone ਦੋਨੋਂ ਹੀ ਕੀ ਹੈ? they remain very decent. Clear? So he uses very decent language. At no point of time does he use abusive language, ਕਿ ਉਹਨੂੰ ਗੁੱਸਾ ਤਾਂ ਬਹੁਤ ਆਉਂਦਾ ਪਰ ਉਹ ਕਿਤੇ ਵੀ ਗਲਤ ਲੈਂਗੁਏਜ ਦਾ ਇਸਤੇਮਾਲ ਨਹੀਂ ਕਰਦਾ। ਉਹ ਬਹੁਤ ਪੋਲਾਈਟ ਰਹਿੰਦਾ, ਬਹੁਤ ਡੀਸੈਂਟ ਰਹਿੰਦਾ ਹੈਗਾ। ਕਲੀਅਰ। ਔਰ ਹੋਰ ਉਹਦੀ ਲੈਂਗੁਏਜ ਤੋਂ ਕੀ ਪਤਾ ਲੱਗਦਾ? ਦੈਟ ਹੀ ਹੈਜ਼ ਅ ਰਿਚ ਵੋਕੈਬਲਰੀ। ਸੋ ਰਿਚ ਵੋਕੈਬਲਰੀ ਕਿਹਦੀ ਹੁੰਦੀ ਹੈ? ਪਰਸਨ ਹੂ ਇਜ਼ ਵੈਲ ਰੈਡ, ਹੂ ਇਜ਼ ਵੈਲ ਐਜੂਕੇਟਿਡ। ਕਲੀਅਰ। ਸੋ ਉਹਦੀ ਵੋਕੈਬਲਰੀ ਦਾ ਮਤਲਬ ਕੀ ਹੈ? ਕਿ ਤੁਹਾਨੂੰ ਕਿੰਨੇ ਕਿਸੇ ਲੈਂਗੁਏਜ ਦੇ ਸ਼ਬਦ ਆਉਂਦੇ, ਦੈਟ ਇਜ਼ ਯੋਰ ਵੋਕੈਬਲਰੀ। ਕਲੀਅਰ। ਸੋ ਉਹਦੀ ਹੀ ਹੈਜ਼ ਅ ਰਿਚ ਵੋਕੈਬਲਰੀ। ਇਟ ਸ਼ੋਜ਼ ਦੈਟ he is a well-read person, he is an educated person. Next देखो, attempt a correct sketch of the speaker of the poem. So ये कौन हैगा? ਜਿਹੜਾ ਟੈਨੈਂਟ ਹੈਗਾ। ਸੋ ਇਹ ਤੁਸੀਂ ਇਹਦੇ ਵਿੱਚ ਹੁਣ ਕੀ ਦੱਸੋਗੇ? ਕੀ ਉਹਦੇ ਬਾਰੇ ਤੁਹਾਨੂੰ ਪਤਾ ਲੱਗਾ ਹੈ? ਜਿਹੜਾ ਸਪੀਕਰ ਆਫ ਦ ਪੋਇਮ ਕੀ ਹੈਗਾ, ਉਹਦੀਆਂ ਖਾਸੀਅਤ ਕੀ ਹੈ? ਦੈਟ ਹੀ ਇਜ਼ ਅ ਬਲੈਕ ਮੈਨ। ਫਸਟ ਆਫ ਆਲ ਹੀ ਇਜ਼ ਓਰੀਜਨਲੀ ਫਰੋਮ ਵੈਸਟ ਅਫਰੀਕਾ। ਫਿਰ ਤੁਸੀਂ ਹੋਰ ਇਹਦੇ ਬਾਰੇ ਕੀ ਦੱਸੋਗੇ? ਦੈਟ ਹੀ ਕੀ ਤੁਹਾਨੂੰ ਲੱਗਾ ਉਹਦੇ ਬਾਰੇ ਕਿ ਉਹ ਕੀ ਹੈਗਾ? ਹੀ ਇਜ਼ ਅ ਡੀਸੈਂਟ ਪਰਸਨ ਬਿਕੋਜ਼ ਐਟ ਨੋ ਪੁਆਇੰਟ ਆਫ ਟਾਈਮ ਡਜ਼ ਹੀ ਸਟੂਪ ਟੂ ਦ ਲੈਵਲ ਆਫ ਦ ਲੇਡੀ। ਜਿਹੜੀ ਲੇਡੀ ਹੈ ਉਹ ਬਹੁਤ ਹੀ ਗਿਰ ਕੇ ਗੱਲ ਕਰਦੀ ਹੈ, ਬਹੁਤ ਅਨਸਿਵਲ ਵੇ, ਇਲ ਮੈਨਰਡ ਤਰੀਕੇ ਦੇ ਨਾਲ ਗੱਲ ਕਰਦੀ ਹੈ, ਪਰ ਕਿਤੇ ਵੀ ਇਸ ਤਰ੍ਹਾਂ ਨਹੀਂ ਆਉਂਦਾ। ਸੋ ਹੀ ਇਜ਼ ਅ ਵੈਰੀ ਡੀਸੈਂਟ ਕਾਈਂਡ ਆਫ ਅ ਪਰਸਨ। ਫਿਰ ਉਹ
एजुकेटेड लगता है क्योंकि ही हैज़ ही हैज़ अ रिच वोकैबलरी और लेडी ਨੂੰ ਉਹਦੀਆਂ ਕਈ वर्ड्स ਉਹਦੇ समझ ही नहीं आते सो एजुकेटेड है सो ये ਉਹਦੀ so this is the correct sketch of the speaker of the poem. Well educated, well mannered, polite and decent. Next देखो comment on Soyinka's use of satire to express the anger of the black. So व्यंग हैगा किदे उपर हैगा ਜਿਹੜੀ ਉੱਥੋਂ ਦੀ white population हैगी है. So किस तरह how they judge a person on the basis of his color. क्लियर हो कुछ नहीं उन्हें इंस्टेड ऑफ आस्किंग अबाउट द प्रोफेशन अबाउट द हैबिट्स ऑफ द प्रोस्पैक्टिव टैनेंट शी आस्क्ड अबाउट हिज कलर. क्लियर कि किन्ने वो लोग उन्होंने जिहड़ी थिंकिंग है वो किन्नी ज़्यादा सुपरफिशियल है किन्नी उन्होंने सोच किन्नी हल्की है किन्नी गलत है कित्थों पता लगता है कि बजाय कि उहदा ਜਿਹੜੀਆਂ ਚੀਜ਼ਾਂ ਇੱਕ ਲੈਂਡਲੋਰਡ ਨੂੰ ਪੁੱਛਣੀਆਂ ਚਾਹੀਦੀਆਂ ਕਿ ਤੁਸੀਂ ਕੰਮ ਕੀ ਕਰਦੇ ਹੋ ਜਾਂ ਤੁਹਾਡੀਆਂ ਆਦਤਾਂ ਕਿਸ ਤਰ੍ਹਾਂ ਦੀਆਂ ਇਹ ਗੱਲਾਂ ਪੁੱਛਣ ਦੀ ਬਜਾਏ ਉਹ ਸਿੱਧਾ ਸਿਰਫ ਕਿਤੇ ਕਨਸੈਂਟਰੇਟ ਕਰ ਰਹੀ ਹੈ ਅਬਾਊਟ ਹਿਸ ਕਲਰ. ਠੀਕ ਸੋ ਇਹ ਵਿਅੰਗ ਹੈਗਾ ਉੱਥੋਂ ਦੇ ਸਮਾਜ ਦੇ ਉੱਪਰ. ਸੋ ਹਾਊ ਦੇ ਜੱਜ ਦ ਅਦਰ ਪਰਸਨ ਔਨ ਦ ਬੇਸਿਸ ਆਫ ਹਿਸ ਕਲਰ. ਸੋ ਦ ਪੋਇਮ ਇਜ਼ ਅਬਾਊਟ ਲਾਸਟ ਦੇਖੋ ਦ ਪੋਇਮ ਇਜ਼ ਅਬਾਊਟ ਰੇਸ਼ੀਅਲ ਡਿਸਕ੍ਰਿਮੀਨੇਸ਼ਨ. But can it also be read in the context of other forms of discrimination? Is discrimination limited to race? So सिर्फ discrimination भेदभाव सिर्फ नस्ल ਦੇ आधार ਤੇ नहीं ਹੁੰਦਾ ਹੋਰ ਵੀ ਕਈ आधार ਤੇ ਹੁੰਦਾ. For example on the basis of financial condition the poor people are discriminated against. So on the basis of your gender also the females are discriminated against. So कई तरह ਦੀਆਂ discrimination ਜਿਹੜੀ ਹੈ ਉਹ society ਦੇ ਵਿੱਚ on the basis of religion also. So race ਦੇ basis ਤੇ ਵੀ ਹੈਗੀ ਹੈ discrimination ਸਮਾਜ ਦੇ ਵਿੱਚ ਪਰ ਕਈ ਹੋਰ ਵੀ ਕਾਰਨ ਹੈਗੇ ਜਿਨ੍ਹਾਂ ਕਰਕੇ ਕਿ the discrimination exists in our society. ਹੁਣ ਇੱਕ ਦੇਖੋ ਕਿ ਫਟਾਫਟ so let us match the following words with their meanings. So blonde ਆਪਾਂ ਕਿਹਨੂੰ ਕਹਿੰਦੇ ਲਾਈਟ ਯੈਲੋਇਸ਼ ਬਰਾਊਨ. ਸੋ ਇਹ ਬਲੌਂਡ ਕਲਰ ਇਹ ਹੁੰਦਾ ਜਿਹੜਾ ਕਿ ਯੈਲੋ ਜਿਹਾ ਥੋੜ੍ਹਾ ਜਿਹਾ ਬਰਾਊਨ ਯੈਲੋਇਸ਼ ਬਰਾਊਨ. ਬਰੂਨੇਟ ਅ ਡਾਰਕ ਰੈਡਿਸ਼ ਬਰਾਊਨ ਕਲਰ. ਸੀਪੀਆ brunette is a woman with dark or brown hair and sepia is a dark reddish brown color. So and rancid ਦਾ ਮਤਲਬ ਕੀ ਹੁੰਦਾ stinking. So ਜਿਹੜੀ ਕਿ ਸਮੈਲ ਆ ਰਹੀ ਹੋਵੇ ਜਿੱਥੋਂ ਫਾਊਲ ਦੈਟ ਇਜ਼ ਰੈਂਸਿਡ. ਜਿਸ ਤਰ੍ਹਾਂ ਕਿ ਜਿਹੜਾ ਕਮਰਾ ਬੰਦ ਰਹਿੰਦਾ ਹੈਗਾ ਉੱਥੇ ਫਿਰ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ. ਐਂਡ ਦੈਨ ਦ ਲਾਸਟ ਇਜ਼ ਕਨਫੈਸ ਦਾ ਮਤਲਬ ਕੀ ਹੁੰਦਾ ਐਡਮਿਟ ਅ ਰੋਂਗ ਡੂਇੰਗ. ਓਕੇ ਸੋ ਇਹ ਅਗੇਨ ਦਿਸ ਇਜ਼ ਅ ਕਨਫੈਸ ਹਮੇਸ਼ਾ ਜਦੋਂ ਤੁਸੀਂ ਕੋਈ ਗਲਤ ਕੰਮ ਕਰਦੇ ਹੋ ਕੋਈ ਤੁਸੀਂ ਅਪਰਾਧ ਕੀਤਾ ਹੁੰਦਾ. ਸੋ ਦਿਸ ਇਜ਼ ਅਗੇਨ ਅ ਸੈਟਾਇਰ on the American society के जड़ा काला व्यक्ति उन्होंने he feels like a criminal. So anyhow now we make an end here and the poem is complete now. The explanation is done and